ਵੈਲਕਮ ਪਿਆਰੇ ਵਿਦਿਆਰਥੀਓ ਅਤੇ ਮੇਰੇ ਅਧਿਆਪਕ ਸਾਥੀਓ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ 4.3 ਤੱਕ ਆਪਦਾ ਇਹ ਚੈਪਟਰ 2 ਘਾਤੀ ਸਮੀਕਰਨ ਕੁਆਡਰੇਟਿਕ ਇਕੁਏਸ਼ਨ ਕਰ ਲਿਆ ਗਾ। ਤੇ ਅੱਜ ਆਪਾਂ ਜਿਹੜੀ ਵੀਡੀਓ ਪੋਸਟ ਕਰ ਰਹੇ ਹਾਂ ਉਹ ਹੈਗੀ ਹੈ ਅਭਿਆਸ 4.4। ਇਸ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਤੁਹਾਨੂੰ ਇੱਕ ਮੈਥਡ ਦੀ ਗੱਲ ਕੀਤੀ ਸੀ ਡਿਸਕ੍ਰਿਮੀਨੈਂਟ, ਉਹਦਾ ਨਾਮ ਹੈ ਮੈਂ 4.3 ਦੇ ਵਿੱਚ ਵੀ ਥੋੜਾ ਜਿਹਾ ਜ਼ਿਕਰ ਕੀਤਾ ਸੀ। ਕੀ ਆਪਾਂ ਅੱਜ ਉਹ ਦੇਖਦੇ ਹਾਂ। ਇੱਕ ਦੋ ਘਾਤੀ ਸੂਤਰ ਤੁਸੀਂ ਪੜਿਆ ਸੀ, ਦੋ ਘਾਤੀ ਸੂਤਰ in ਇੰਗਲਿਸ਼ ਬੋਲਦੇ ਨੇ ਕੁਆਡਰੇਟਿਕ ਫਾਰਮੂਲਾ। ਕੀ ਸੀ ਵੀ ਜੇਕਰ x ਕੱਢਣਾ ਹੈ, x ਮਤਲਬ ਕੋਈ ਵੀ ਰਕਮ, ਤਾਂ ਉਹਦੇ ਜਿਹੜੇ ਮੂਲ ਨੇ ਰੂਟ ਨੇ ਕਿਸ ਫਾਰਮ ਜਾਂ ਕਿਸ ਤਰ੍ਹਾਂ ਦੇ ਹੁੰਦੇ, ਘਟਾਓ b ਜੋੜ b ਦੀ 2 ਘਟਾਓ 4ac ਬਟੇ 2a। ਇੱਥੇ ਪਲੱਸ ਦੇ ਨਾਲ ਆਪਾਂ ਕੀ ਲੈਣਾ, ਨਾਲ ਇੱਕ ਮਾਈਨਸ ਕੀ। ਕਦੋਂ? ਜਦੋਂ ਸਮੀਕਰਨ ਆਪਣੀ ਕਿਸ ਰੂਪ ਚ ਹੋਵੇ, ax² + bx + c ਬਰਾਬਰ ਹੈ 0, ਤਾਂ ਉਹਦੇ ਜਿਹੜੇ ਮੂਲ ਨੇ ਉਹ ਇਸ ਰੂਪ ਚ। ਹੁਣ ਦੇਖਣ ਦੇ ਵਿੱਚ ਆਇਆ ਵੀ ਜਿਹੜੀ ਆਹ ਰਕਮ ਹੈ ਜਾਂ ਜਿਹੜਾ ਫਾਰਮੂਲੇ ਦੇ ਵਿੱਚ ਹੈ b ਦੀ 2 ਘਟਾਓ 4ac, ਵੀ ਇਹਦੇ ਤੇ ਸਾਰਾ ਦਰਮਦਾਰ ਹੈ ਵੀ ਇਹ ਕਿੱਦਾਂ ਹੈ। ਕਿਉਂ? ਕਿਉਂਕਿ ਇਹ ਕਿਹਦੇ ਵਿੱਚ ਹੈ, ਅੰਡਰ ਰੂਟ ਦੇ ਵਰਗਮੂਲ ਦੇ। ਜੇ ਆਪਾਂ ਗੱਲ ਕਰੀ ਇਹਦੀ ਸਾਰੀ ਮੇਨ ਗੱਲ ਹੈ ਕਿਉਂਕਿ ਇਹ ਕੀ ਹੈ, ਵਰਗਮੂਲ ਦੇ ਅੰਦਰ ਹੈ। ਅੱਜ ਤੱਕ ਤੁਸੀਂ 10ਵੀਂ ਤੱਕ ਤੁਸੀਂ ਪਹੁੰਚ ਗਏ, ਤੁਸੀਂ ਕਦੇ ਵਰਗਮੂਲ ਦੇ ਅੰਦਰ ਘਟਾਓ ਵਾਲੀ ਨਿਸ਼ਾਨੀ ਨਹੀਂ ਦੇਖੀ। ਤੁਸੀਂ 4 ਦਾ ਵਰਗਮੂਲ ਕਿੰਨਾ ਲਿਖਦੇ ਹੋ, 2। ਹਾਲਾਂਕਿ ਉਹ +- 2 ਹੁੰਦਾ ਪਰ ਫਿਰ ਵੀ ਆਪਾਂ 2 ਲਿਖਦੇ ਹਾਂ। ਜੇ ਘਟਾਓ 4 ਦਾ ਵਰਗਮੂਲ ਦੇਖੀਏ ਤਾਂ ਉਹ ਕਿੰਨਾ ਹੁੰਦਾ। ਐਕਚੁਅਲ ਦੇ ਵਿੱਚ ਵਰਗਮੂਲ ਕੀ ਹੈ, ਉਹ ਰਕਮ ਜਿਹਨੂੰ ਗੁਣਾ ਕਰਨ ਤੋਂ ਬਾਅਦ 2 ਵਾਰੀ ਗੁਣਾ ਕਰੀਏ ਉਹੀ ਬਣ ਜੇ 2 ਦੂਣੀ 4। ਹੁਣ ਘਟਾਓ 2 ਦਾ ਜੇ ਮੈਂ ਘਟਾਓ 2 ਲਿਖਦਾ ਤਾਂ ਘਟਾਓ 2 ਗੁਣਾ ਘਟਾਓ 2, ਕੀ ਇਹ ਘਟਾਓ 4 ਬਣਦਾ? ਨਹੀਂ ਬਣਦਾ। ਤੇ ਇਹਦਾ ਮਤਲਬ ਘਟਾਓ 4 ਦਾ ਵਰਗਮੂਲ ਅੰਡਰ ਰੂਟ ਸੰਭਵ ਨਹੀਂ ਹੈ। ਇੱਥੋਂ ਹੀ ਤੁਹਾਡੀ ਸਾਰੀ ਗੇਮ ਸ਼ੁਰੂ ਹੁੰਦੀ ਹੈ। ਜਿਹੜਾ ਅੱਜ ਮੈਥਡ ਕਰਨਾ ਡਿਸਕ੍ਰਿਮੀਨੈਂਟ ਦੀ, ਕੀ ਬੋਲਦੇ ਆ, ਡਿਸਕ੍ਰਿਮੀਨੈਂਟ। ਕੀ ਹੈ? ਡੀ ਅੰਗਰੇਜ਼ੀ ਦਾ ਸ਼ਬਦ ਹੈ ਡਿਸਕ੍ਰਿਮੀਨੈਂਟ। ਕਿਹਨੂੰ ਬੋਲਿਆ ਜਾਂਦਾ ਹੈ? ਇਹਨੂੰ। d ਬਰਾਬਰ ਹੈ b ਦੀ 2 ਘਟਾਓ 4ac, ਵਰਗਮੂਲ ਉੱਤੇ ਨਹੀਂ ਰੱਖਣਾ। d ਬਰਾਬਰ ਕੀ ਹੈ, b ਦੀ 2 ਘਟਾਓ 4ac। ਤੁਸੀਂ ਇੱਥੋਂ ਹੀ ਥੋੜਾ ਮੋਟਾ ਐਸਟੀਮੇਟ ਕਰ ਲਿਆ ਹੋ ਵੀ ਮੈਂ ਕਹਿਣਾ ਕੀ ਚਾਹ ਰਿਹਾ, ਕਿਉਂ ਇੰਨੀ ਲੰਬੀ ਮੈਂ ਗੱਲਬਾਤ ਕੀਤੀ ਤੁਹਾਡੇ ਨਾਲ। ਹੁਣ ਦੇਖੋ ਧਿਆਨ ਨਾਲ, ਤੁਹਾਡਾ d ਕਿੰਨਾ ਹੈ, b ਦੀ 2 ਘਟਾਓ 4ac। ਦੋ ਘਾਤੀ ਸੂਤਰ ਦੇ ਵਿੱਚ ਆਪਾਂ ਵਰਤੇ ਹੀ। ਹੁਣ ਇਹ ਕੀ ਹੋ ਸਕਦਾ ਤੁਹਾਡੇ ਕੋਲੇ, 0 ਹੋ ਸਕਦਾ। ਹੋ ਸਕਦਾ 0 ਤੋਂ ਕੀ ਹੋਵੇ, ਵੱਡਾ ਹੋਵੇ, ਤੇ ਹੋ ਸਕਦਾ 0 ਤੋਂ ਕੀ ਹੋਵੇ, ਛੋਟਾ, ਜਿਹਨੂੰ ਆਪਾਂ ਕਹਿ ਦਿੰਦੇ ਆ ਨੈਗੇਟਿਵ। ਮੈਂ 2 ਵਾਰ 3 ਵਾਰ ਲਿਖ ਦਿੰਦਾ ਤਾਂ ਕਿ ਹੋਰ ਕਲੀਅਰ ਹੋ ਜਾਏ। ਜਿਹੜਾ d ਦਾ ਤੁਹਾਡਾ ਮੁੱਲ ਆਊਗਾ ਹੋ ਸਕਦਾ ਉਹ 0 ਹੋਵੇ, ਹੋ ਸਕਦਾ ਉਹ 0 ਤੋਂ ਕੀ ਹੋਵੇ, ਵੱਡਾ ਪੋਜ਼ਿਟਿਵ, ਹੋ ਸਕਦਾ 0 ਤੋਂ ਕੀ ਹੋਵੇ, ਛੋਟਾ, ਕੀ ਹੋ ਸਕਦਾ ਹੈ, ਨੈਗੇਟਿਵ। ਹੁਣ ਪਰੰਤੂ ਜਦੋਂ ਫਾਰਮੂਲਾ ਲੈਂਦੇ ਆਪਾਂ ਕੀ ਲਿਖਦੇ ਅੰਦਰ, b ਦੀ 2 ਘਟਾਓ 4ac, ਜਿਹਨੂੰ ਮੈंने ਹੁਣ ਛੋਟਾ ਕਰਤਾ, ਕੀ ਰੱਖਤਾ ਨਾਮ, d। ਪਰੰਤੂ ਇਹ ਤਾਂ ਸੰਭਵ ਹੀ ਉਦੋਂ ਹੈ ਜੇ 0 ਹੋ ਤਾਂ 0 ਦਾ ਵਰਗਮੂਲ 0, ਤੇ ਜੇ ਇਹ ਜੋੜਦਾ ਹੋ ਫਿਰ ਵਰਗਮੂਲ ਆਪਾਂ ਕੱਢ ਹੀ ਲਵਾਂਗੇ। ਪਰੰਤੂ ਜੇ ਘਟਾਓ ਦਾ ਹੋ ਗਿਆ ਫਿਰ ਆਪਾਂ ਨਹੀਂ ਕੱਢ ਸਕਦੇ। ਇਹਦਾ ਮਤਲਬ ਮੂਲ ਜਾਂ ਰੂਟ ਸੰਭਵ ਕਦੋਂ ਨੇ, ਜਦੋਂ 0 ਹੋਵੇ, ਜਦੋਂ 0 ਤੋਂ ਕੀ ਹੋਵੇ, ਵੱਡਾ ਹੋਵੇ, ਤੇ ਜਦੋਂ 0 ਤੋਂ ਛੋਟਾ ਹੋਗਾ ਤਾਂ ਮੂਲ ਕੀ ਹੋ ਗਿਆ, ਸੰਭਵ ਨਹੀਂ ਹੈ। ਮੂਲ ਸੰਭਵ ਹੈ ਕਿਹੜੇ ਹਾਲਾਤਾਂ 'ਚ, ਇਹਨਾਂ ਦੋਨਾਂ 'ਚ। ਤੇ ਇਹ 'ਚ ਕੀ ਹੈ, ਮੂਲ ਸੰਭਵ ਨਹੀਂ ਹੈ।
ਥੋੜਾ ਜਿਹਾ ਆਪਾਂ ਜਦੋਂ ਇਹਨੂੰ ਅੱਗੇ ਹੁਣ ਆਪਾਂ ਸਮ ਸਟਾਰਟ ਕਰਾਂਗੇ ਤੋਂ ਬਾਅਦ ਉਦੋਂ ਤੁਹਾਡਾ ਇਹ ਬਿਲਕੁਲ ਕਲੀਅਰ ਹੋ ਜਾਏਗਾ। ਦੇਖੋ ਇੱਕ ਚੀਜ਼ ਦੇ ਵਿੱਚ ਇਹ ਵੀ ਹੈ, ਜਦੋਂ d ਤੁਹਾਡਾ ਬੇਟਾ 0 ਹੋ ਗਿਆ ਤਾਂ ਆਪਣੇ ਜਿਹੜੇ ਮੂਲ ਉਹ ਕਿੱਦਾਂ ਦੇ ਬਣ ਗਏ, ਘਟਾਓ b ਪਲੱਸ ਮਾਈਨਸ ਅੰਦਰ ਕੀ ਸੀ d ਕਿੰਨਾ ਗਾ 0, ਤਾਂ ਉੱਤਰ ਕਿੰਨਾ ਆ ਗਿਆ ਘਟਾਓ b ਬਟਾ 2a। ਕਿਉਂ, ਜੇ ਇਹਦੇ ਵਿੱਚ 0 ਜੋੜੀਏ ਤਾਂ ਦੂਜੇ ਵਾਰੀ 0 ਘਟਾ ਦਈਏ ਤਾਂ ਤੁਹਾਡੇ ਕੋਲ ਦੋ ਰੂਟ ਆ ਗਏ। ਕਿਹੜੇ ਦੇਖੋ ਧਿਆਨ ਨਾਲ ਕਿਹੜੇ ਆ ਗਏ, ਕਿਉਂਕਿ 0 ਦੇ ਘਟਾਉਣ ਨਾਲ ਜਾਂ ਜੋੜਨ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਦੋਨੋਂ ਕਿਵੇਂ ਧਿਆਨ ਨਾਲ ਦੇਖਿਓ, ਦੋਨੋਂ ਬਰਾਬਰ ਨੇ। ਤਾਂ ਇੱਕ ਆਪਾਂ ਨੂੰ ਹੋਰ ਨਵੀਂ ਚੀਜ਼ ਪਤਾ ਲੱਗੀ ਵੀ ਜਦੋਂ d ਦਾ ਮੁੱਲ ਕੀ ਹੋਵੇ 0 ਤਾਂ ਦੋਨੋਂ ਮੂਲ ਕੀ ਹੁੰਦੇ ਨੇ, ਨਾਲੇ ਤਾਂ ਵਾਸਤਵਿਕ ਹੁੰਦੇ ਨੇ, ਰੀਅਲ ਹੁੰਦੇ ਨੇ। ਦੋਨੋਂ ਮੂਲ ਕੀ ਹੁੰਦੇ ਨੇ, ਵਾਸਤਵਿਕ ਜਾਂ ਰੀਅਲ, ਤੇ ਦੋਨੋਂ ਕੀ ਹੁੰਦੇ ਨੇ, ਬਰਾਬਰ ਵੀ ਹੁੰਦੇ ਨੇ। ਪੇਪਰ ਦੇ ਵਿੱਚ ਇਹ ਚੀਜ਼ ਆਮ ਹੀ ਪੁੱਛ ਲੈਂਦੇ ਨੇ ਵੀ d ਦਾ ਮੁੱਲ ਕਿੰਨਾ ਹੋਵੇਗਾ ਜੇਕਰ ਦੋਨੋਂ ਮੂਲ ਕੀ ਨੇ, ਬਰਾਬਰ ਨੇ। ਜਾਂ ਇਹ ਪੁੱਛ ਲੈਂਦੇ ਨੇ ਵੀ ਜੇਕਰ d ਬਰਾਬਰ 0 ਹੋਵੇ ਤਾਂ ਸਮੀਕਰਨ ਦੇ ਮੂਲ ਕੀ ਹੋਣਗੇ। ਤਾਂ ਆਪਾਂ ਕੀ ਲਿਖਣਾ ਹੈ, ਵਾਸਤਵਿਕ ਅਤੇ ਬਰਾਬਰ, ਵਾਸਤਵਿਕ ਅਤੇ ਬਰਾਬਰ। ਇੱਕੋ ਇੱਕ ਸ਼ਰਤ ਹੈ, d ਦਾ ਮੁੱਲ ਕੀ ਹੋਣਾ ਚਾਹੀਦਾ, 0 ਹੋਣਾ ਚਾਹੀਦਾ। ਹੁਣ ਥੋੜਾ ਜਿਹਾ ਆਪਾਂ ਸਮ ਦੇਖਦੇ ਹਾਂ, ਬੜੀ ਸੌਖੀ ਨੰਬਰੀ ਹੈ, ਕੁਝ ਵੀ ਨਹੀਂ ਹੈ ਇਹਦੇ ਵਿੱਚ। ਕਹਿੰਦੇ ਪਹਿਲੀ ਸਵਾਲ 2x ਦੀ 2 ਘਟਾਓ 3x ਜੋੜ 5 ਬਰਾਬਰ ਹੈ 0। ਮੈਂ ਨਾਲ ਹੀ ਦੂਜੀ ਰਕਮ ਵੀ ਨਾਲ ਹੀ ਲਿਖ ਦੇਣਾ, 3x ਦੀ 2 ਜੋੜ 4 ਬਰਾਬਰ ਹੈ 0। ਕਹਿੰਦੇ ਦੋ ਸਮ ਮੈਂ ਇਕੱਠੇ ਲਿਖ ਲਏ। ਆਪਾਂ ਪਤਾ ਕਰਨਾ ਵੀ ਇਹਨਾਂ ਦੇ ਮੂਲ ਵਾਸਤਵਿਕ ਹੈਗੇ ਆ ਕਿ ਨਹੀਂ ਹੈਗੇ। ਜਿਵੇਂ ਸੰਭਵ ਲਿਖਿਆ ਸੀ ਨਾ, ਸੰਭਵ ਦਾ ਮਤਲਬ ਵਾਸਤਵਿਕ। ਇਹ ਹੈਗੇ ਆ, ਜੇ ਹੈਗੇ ਆ ਤਾਂ ਪਤਾ ਕਰ ਲਓ, ਜੇ ਨਹੀਂ ਹੈਗੇ ਤਾਂ ਆਪਾਂ ਲਿਖ ਦਾਂਗੇ ਸੰਭਵ ਨਹੀਂ ਹੈ। a ਦਾ ਮੁੱਲ ਬੇਟਾ ਕਿੰਨਾ ਹੈ, ਜੋ ਤੁਹਾਨੂੰ ਪਤਾ x ਦੀ 2 ਦੇ ਮੂਹਰੇ ਗੁਣਾਂਕ, b ਕਿੰਨਾ ਹੈ ਘਟਾਓ 3 ਆ ਸੀ b, a b ਆ ਕਿੰਨਾ ਹੈ c, ਵੈਰੀ ਗੁੱਡ, a b c। ਤਾਂ ਪਹਿਲਾਂ ਮੈंने ਕੀ ਕੱਢਣਾ ਹੈ d, ਵੈਰੀ ਗੁੱਡ, d ਬਰਾਬਰ ਹੈ b ਦੀ 2 ਘਟਾਓ 4ac, b ਕਿੰਨਾ ਪਤਾ ਘਟਾਓ 3 ਦੀ ਵਰਗ 4, a ਦਾ ਮੁੱਲ 2 c ਦਾ ਮੁੱਲ 5। ਘਟਾ ਲਓ 3 ਦਾ ਵਰਗ 9, 4 ਦੂਣੀ 8, 8 5 40, 9 ਚ 40 ਕੱਢਦੇ ਆ, ਨਹੀਂ ਕੱਢਦੇ ਕੋਈ ਗੱਲ ਨਹੀਂ, ਘਟਾਓ ਲਾ ਦੋ, ਕਿੰਨਾ ਆ ਗਿਆ 31। d ਦਾ ਮੁੱਲ ਪਤਾ ਕਿੰਨਾ 31, ਮਤਲਬ d ਕੀ ਹੈ ਨੈਗੇਟਿਵ। ਹੁਣ d ਕੀ ਹੈ ਛੋਟਾ ਕਰ ਲਿਓ ਇੱਥੇ, d ਕੀ ਹੈ ਲੈਸ ਦੈਨ 0, 0 ਤੋਂ ਕੀ ਹੈ ਛੋਟਾ, ਕਿਉਂ ਘਟਾਓ ਵਾਲਾ ਸੰਖਿਆ ਲਿਖਿਆ ਕਰਦੇ ਸੀ ਨਾ 0, ਤਾਂ 31 ਕਿੱਧਰਲੇ ਪਾਸੇ ਜਾਓ, ਬੈਕ ਸਾਈਡ ਤੇ, ਕਿਉਂਕਿ ਘਟਾਓ ਹੈ। ਮੈਂ ਹਟਾ ਦੇਣਾ, ਉਲਝ ਨਾ ਜਾਏ। ਇਸ ਲਈ ਮੂਲ ਜਾਂ ਲਿਖ ਤੋਂ ਵਾਸਤਵਿਕ ਨਹੀਂ ਹਨ, ਕੀ ਵਿਚਰਣੇ ਬਸ ਸਿੱਧੇ ਲਿਖਿਆ ਪ੍ਰਕਿਰਤੀ, ਇਹਦੇ ਮੂਲ ਸੰਭਵ ਨਹੀਂ ਹਨ, ਬਸ ਇੱਥੇ ਨਿਬੜ ਗਿਆ, ਮੂਲ ਸੰਭਵ ਨਹੀਂ ਹਨ। ਇੱਧਰ ਦੇਖੀਏ ਇਹਦੇ ਚ ਕੀ ਹੈ, ਇਹ ਥੋੜਾ ਸੈਕਿੰਡ ਸਮ ਹੈ, ਇਹ ਫਸਟ ਸੀ। a ਕਿੰਨਾ ਹੈ 3, b ਕਿੰਨਾ ਹੈ c ਕਿੰਨਾ ਹੈ 4। ਪਤਾ ਨਾ a b c, a b c, ਨਿਸ਼ਾਨੀ ਨੂੰ ਨਾਲ ਹੀ ਰੱਖਣਾ ਹੈ। ਕੱਢੋ d, ਫਾਰਮੂਲਾ b ਦੀ 2 ਘਟਾਓ 4ac, ਕੋਈ ਘਬਰਾਉਣਾ ਨਹੀਂ, ਵਰਗਮੂਲ ਦੇਖ ਕੇ ਕੁਝ ਨਹੀਂ ਹੈ, ਵਰਗਮੂਲ ਦਾ ਵੈਸੇ ਹੀ ਹੁੰਦਾ। 4a ਕਿੰਨਾ 3, ਲਓ ਜੀ ਗੁਣਾ ਕਰਦੇ, ਘਟਾਓ ਦਾ ਵਰਗ ਤਾਂ ਖਤਮ ਹੋ ਜਾਂਦਾ, ਚੌਕਮ ਚੌਕੀ 16, 16 30, ਕਿਉਂਕਿ ਵਰਗਮੂਲ ਦਾ ਜਦੋਂ ਵੀ ਸਕੇਅਰ ਕਰਦਾ ਹੈ ਤਾਂ ਵਰਗਮੂਲ ਹਟ ਜਾਂਦਾ ਹੈ। ਕੀ ਬਣ ਗਿਆ 16 ਗੁਣਾ 3, 16 30 48। 10th ਕਲਾਸ ਦੇ ਹਿਸਾਬ ਨਾਲ ਮੈਂ ਫਟਾਫਟ ਲਿਖਿਆ, ਜੇ ਤੁਸੀਂ ਛੋਟੀ ਕਲਾਸ ਚ ਹੁੰਦੇ ਤਾਂ ਆਪਾਂ ਨੂੰ 2 ਸਟੈਪ ਹੋਰ ਬਣਾ। ਚੌਕਮ ਚੌਕੀ 16 16 30 48।
ਤਾਂ ਉੱਤਰ ਕਿੰਨਾ ਆ ਗਿਆ ਡੀ ਦਾ 0। ਤਾਂ ਬੇਟਾ ਹੁਣ ਮੂਲ ਕੀ ਹੋਣਗੇ ਕਿਉਂਕਿ ਡੀ ਕਿੰਨਾ ਹੈ 0, ਤਾਂ ਮੂਲ ਕੀ ਨੇ ਬਰਾਬਰ ਅਤੇ ਬਸ b ਬਰਾਬਰ ਹੈ 0, ਇਸ ਲਈ ਮੂਲ ਵਾਸਤਵਿਕ ਅਤੇ ਬਰਾਬਰ ਹੋਣਗੇ। ਹੁਣ ਉਹ ਕਹਿੰਦੇ ਪਤਾ ਵੀ ਕਰੋ, ਪਤਾ ਕਰ ਲੈਣਾ। ਪਤਾ ਕਰਨ ਨੂੰ ਕੀ ਹੈ, ਲਓ ਜੀ ਆਪਾਂ ਇਧਰਲੇ ਪਾਸੇ ਥੋੜਾ ਜਿਹਾ ਢਾ ਦਿੰਨੇ ਆ, ਇਧਰਲੇ ਪਾਸੇ ਆਪਾਂ ਪਤਾ ਕਰ ਦਿੰਨੇ ਆ, ਤੁਸੀਂ ਥੱਲੇ ਕਰ ਲਈ ਇਹਦੇ। ਤਾਂ ਮੂਲ ਕੀ ਹੁੰਦਾ ਘਟਾਓ x ਘਟਾਓ b ਜੋੜ ਨਾਲ ਹੀ ਘਟਾਓ ਵਰਗਮੂਲ ਚ d ਬਟੇ 2a, b ਘਟਾਓ 2ac ਹੈ ਨਾ, 2 ਘਾਤੀ ਸੂਤਰ 2b ਘਟਾਓ 2a 4ac ਕਿੰਨਾ ਹੁੰਦਾ ਹੈ d ਹੋਈ ਹੁੰਦਾ, ਤਾਂ d ਕਰਤਾ ਘਟਾਓ b ਕਿੰਨਾ ਸੀ ਘਟਾਓ 4 ਵਰਗਮੂਲ 3 b ਕਿੰਨਾ ਹੈ ਬਈ ਬੜਾ ਸੌਖਾ 0 2 a ਕਿੰਨਾ ਹੈ 3। ਚਲੋ ਜੀ ਘਟਾਓ ਕੱਢ ਗਿਆ ਕਿੰਨਾ ਆ ਗਿਆ 4 ਵਰਗਮੂਲ 3, ਇਹਨੇ ਤਾਂ ਖਤਮ ਹੋ ਜਾਣਾ ਹੈ। ਕਿੰਨੇ ਵਾਰੀ 2 ਵਾਰੀ। ਤੁਸੀਂ ਚਾਹੋ ਤਾਂ ਇੱਥੇ ਛੱਡ ਸਕਦੇ ਹੋ, ਨਹੀਂ ਤੁਸੀਂ ਇਹਨੂੰ ਥੋੜਾ ਮੋਟਾ ਹੱਲ ਕਰਨਾ ਕਰ ਲਓ। 2 ਤੇ ਕੱਢਦਾ ਬੇਟਾ 2 ਵਾਰੀ ਲਿਖਿਆ ਕਿਉਂ, ਕਿਉਂਕਿ 2 ਘਾਤੀ ਸਮੀਕਰਨ ਦੇ 2 ਮੂਲ ਹੁੰਦੇ ਨੇ। ਤਾਂ ਅੱਗੇ ਤੁਸੀਂ ਇੱਥੇ ਛੱਡ ਦਿਓ। ਜੇ ਘਟਾਉਣਾ ਇਹ ਕੀ ਹੈ ਵਰਗਮੂਲ 3 2 ਵਾਰੀ, ਇੱਕ ਵਾਰੀ ਕੱਟ ਜੂ ਕਿੰਨਾ ਆ ਗਿਆ 2 ਬਟੇ ਵਰਗਮੂਲ 3 2 ਬਟੇ ਵਰਗਮੂਲ 3, ਕਿਉਂਕਿ ਇਹਨੂੰ ਕੀ ਲਿਖ ਸਕਦੇ ਵਰਗਮੂਲ 3 ਗੁਣਾ ਵਰਗਮੂਲ 3, ਇੱਕ ਕੱਢ ਜੂ। ਜੇ ਇੱਥੇ ਛੱਡਣਾ ਇੱਥੇ ਛੱਡ ਦੋ, ਤੁਹਾਡਾ ਆਨਸਰ ਬਿਲਕੁਲ ਕੀ ਹੈ ਠੀਕ ਹੈ, ਕੋਈ ਵੀ ਗਲਤ ਨਹੀਂ ਕਰੂਗਾ। ਇਹਦੇ ਵਿੱਚ ਵੀ ਬੇਟਾ ਆਪਾਂ ਇਹੀ ਚੈੱਕ ਕਰਨਾ ਥਰਡ ਸਮ, ਇਹ ਕਿੰਨਾ 2 b ਕਿੰਨਾ ਘਟਾਓ 6 c ਕਿੰਨਾ, ਬਿਲਕੁਲ ਸੇਮ ਮੈਥਡ ਹੋਈ ਰਹੂਗਾ। ਤਿੰਨੇ ਸਮ ਮੈਂ ਤਾਂ ਕਰਾਤੇ ਤੁਹਾਡੀ ਪ੍ਰੈਕਟਿਸ ਚੰਗੀ ਤਰ੍ਹਾਂ ਹੋ ਜੇ। ਐਗਜ਼ਾਮਪਲ ਇਹਦੇ ਨਾਲ ਦਿੱਤੀਆਂ ਗਈਆਂ ਸਟਾਰਟਿੰਗ ਦੇ ਵਿੱਚ, ਉਹ ਤੁਸੀਂ ਇੱਕ ਵਾਰੀ ਦੇਖ ਲਿਓ, ਜੇ ਕਾਪੀ ਤੇ ਕਰ ਸਕੋ ਤਾਂ ਬਹੁਤ ਵਧੀਆ। b ਦੀ 2 ਘਟਾਓ 6 ਦੀ 2 4a 2 c, ਸਿਰਫ ਮੁੱਲ ਭਰੇ ਨੇ ਬੇਟਾ, ਕੁਛ ਨਹੀਂ ਮੈਨੇ ਨਵਾਂ ਆਪਦੇ ਕੋਲੋਂ ਕੁਛ ਨਹੀਂ ਕੀਤਾ। ਛਿਕਮ ਛਿਕੀ 36 4 ਦੂਣਾ 8 8 ਦੀ 4 ਕਿੰਨਾ ਆ ਗਿਆ 12। ਹੁਣ 12 ਕੀ ਹੈ 0 ਤੋਂ ਵੱਡਾ, ਜਾਂ ਕਹਿ ਸਕਦੇ b ਕੀ ਹੈ 0 ਤੋਂ ਵੱਡਾ। ਜੇ ਇੱਥੇ ਤੁਸੀਂ ਨਿਸ਼ਾਨੀ ਲਾਤੀ ਫਿਰ ਇਹਦੀ ਸਟੈਪ ਦੀ ਲੋੜ ਨਹੀਂ ਹੈਗੀ। ਇੱਕ ਸਟੈਪ ਤੁਸੀਂ ਘਟਾ ਸਕਦੇ ਹੋ, ਜਿਹੜਾ ਬੱਚਾ ਹੁਸ਼ਿਆਰ ਹੈ ਸਿੱਧਾ ਉਰੀ ਲਿਖ ਦੋ 0 ਤੋਂ ਵੱਡਾ, ਆਹ ਸਟੈਪ ਲੈ ਲਓ। ਇਸ ਲਈ ਮੂਲ ਸੰਭਵ ਹਨ, ਮੂਲ ਕੀ ਨੇ ਸੰਭਵ ਹਨ, ਜਾਂ ਲਿਖ ਸਕਦਾ ਮੂਲ ਵਾਸਤਵਿਕ ਹਨ। ਠੀਕ ਹੈ, ਰੂਟਸ ਆਰ ਰੀਅਲ ਐਂਡ ਪੋਸੀਬਲ। ਅੱਗੇ ਹੁਣ ਆਪਾਂ ਨੂੰ ਜੋ ਪੋਸੀਬਲ ਨਹੀਂ ਫਿਰ ਪਤਾ ਕਰੋ। ਪਤਾ ਕਰਨ ਦਾ ਤਰੀਕਾ ਹੁੰਦਾ ਇਹ ਘਟਾਓ b d ਬਟੇ 2 ਪਰ ਲਓ ਮੁੱਲ ਬਸ। b ਦਾ ਮੁੱਲ ਕਿੰਨਾ ਹੈ ਘਟਾਓ 6, ਆ ਘਟਾਓ ਅੱਡ ਪਈ ਹੈ ਨਾ ਫਾਰਮੂਲੇ ਦੀ। ਕਈ ਬੱਚੇ ਕੀ ਕਰਦੇ ਨੇ ਇੱਥੇ ਘਟਾਓ 6 ਲਿਖ ਦਿੰਦੇ ਨੇ, ਆ ਘਟਾਓ ਭੁੱਲ ਜਾਂਦੇ ਨੇ, ਇਹ ਕਾਮਨ ਐਰਰ ਹੈ, ਧਿਆਨ ਰੱਖਿਓ ਤੁਸੀਂ। d ਕਿੰਨਾ ਹੈ 12 ਬਟੇ 2 ਇਹ ਕਿੱਥੇ ਆ ਆਸੀ, ਮੈਂ ਬ੍ਰੈਕਟ ਜਾਣ ਕੇ ਲਾ ਦੇਣਾ, ਫਿਰ ਗੁਣਾ ਦੀ ਲੋੜ ਨਹੀਂ ਪੈਂਦੀ। ਘਟਾਓ ਜੋੜ 12। ਜੇ ਆਪਾਂ 12 ਨੂੰ ਇਦਾਂ ਦੇਖੀਏ, ਹੁਣ ਤਾਂ ਤੁਸੀਂ ਬੱਚੇ ਵੱਡੇ ਬਹੁਤ ਹੋ ਗਏ, ਪਰ ਚਲੋ 2 6 2 3 1 ਦੂਏ ਕਹਿ ਰਹੇ 2 ਤੇ ਇੱਕ ਦੂਆ ਮੈਨੇ ਬਾਹਰ ਕੱਢ ਲਿਆ। ਨਹੀਂ ਕੱਢੋਗੇ ਉਹ ਤੇ ਏਡੀ ਗੱਲ ਨਹੀਂ ਹੈ ਕੋਈ, ਇਹਨੂੰ ਮੈਂ ਲਿਖਿਆ ਰਹਿੰਦਾ 2 ਗੁਣਾ 2। ਬ੍ਰੈਕਟ ਲਾਉਣਾ ਬ੍ਰੈਕਟ ਲਾ ਲਓ, ਤੁਹਾਡੀ ਮਰਜ਼ੀ ਹੈ। ਕਈ ਬੱਚੇ ਕਹਿੰਦੇ ਪਹਿਲਾਂ ਬ੍ਰੈਕਟ ਲਾਇਆ ਸੀ ਹੁਣ ਤੁਸੀਂ ਹਟਾਤਾ, ਇਹਨੂੰ 2 ਨੂੰ ਵੰਡ ਦਿਓ। ਉੱਪਰ ਕਿੰਨੀਆਂ ਰਕਮਾਂ ਨੇ 81 ਇੱਕ ਦੋਨਾਂ ਨਾਲ ਵੰਡ, ਵੰਡਿਆ 6 ਨੂੰ ਵੰਡਿਆ 3, ਇਹਨੂੰ ਵੰਡਿਆ ਦੂਆ ਵੀ ਗਿਆ, ਬੜੇ ਕਿੰਨਾ ਬਚ ਗਿਆ, ਤੇ ਤੁਹਾਡਾ ਕੀ ਆ ਗਿਆ ਉੱਤਰ ਆ ਗਿਆ। ਭਾਵੇਂ ਦੇ ਇਹਨੂੰ 2 ਵਾਰੀ ਖੋਲ ਕੇ ਲਿਖ ਦਿਓ, ਜੇ ਲਿਖਣਾ ਐਵੇਂ ਵੀ ਲਿਖ ਸਕਦੇ ਹੋ, ਇੱਕ ਵਾਰੀ ਜੋੜ ਇੱਕ ਵਾਰੀ ਘਟਾਓ। ਨਹੀਂ ਲਿਖਣਾ ਇੱਥੇ ਵੀ ਉੱਤਰ ਲਿਖ ਦੋਗੇ ਤਾਂ ਵੀ ਠੀਕ ਹੈ, ਜੇ ਇੱਥੇ ਉੱਤਰ ਲਿਖ ਦੋਗੇ ਤਾਂ ਵੀ ਕੀ ਹੈ ਤੁਹਾਡਾ ਆਨਸਰ ਠੀਕ। ਇਹ ਇੱਥੋਂ ਛੱਡ ਦਿਓ, ਚਾਹੇ ਤੁਸੀਂ ਇੱਥੇ ਛੱਡ ਦਿਓ।
ਇਹ ਜਿਹੜੇ ਬੇਟਾ ਦੋ ਸਮ ਮੈਨੇ ਲਿਖੇ ਨੇ ਇਹ ਵੈਰੀ ਇੰਪੋਰਟੈਂਟ ਹੈ, ਕਾਫੀ ਵਾਰ ਇਹ ਪੇਪਰ ਦੇ ਵਿੱਚ ਤੁਹਾਡੇ ਚ ਆਏ ਨੇ, ਖਾਸ ਤੌਰ ਤੇ ਆਹ ਵਾਲਾ ਸਮ ਬਹੁਤ ਵਾਰੀ ਆਇਆ, ਇਹ ਵੀ ਆ ਜਾਂਦਾ ਪੇਪਰ ਦੇ ਵਿੱਚ। ਉਹ ਸਿਰਫ ਇਹ ਚੈੱਕ ਕਰਦੇ ਬੱਚੇ ਦਾ ਪ੍ਰੈਜ਼ੈਂਸ ਆਫ ਮਾਈਂਡ ਹੈ ਕਿ ਨਹੀਂ। ਹੁਣ ਤੁਹਾਨੂੰ ਪਤਾ ਵੀ ਨੈਸ ਦਾ ਵੀ ਸਰਵੇ ਹੋਣਾ, ਇਦਾਂ ਦੀਆਂ ਚੀਜ਼ਾਂ ਬਹੁਤ ਪੁੱਛੀਆਂ ਜਾਂਦੀਆਂ, ਠੀਕ ਹੈ। ਉਹ ਮਾਈਂਡ ਚੈੱਕ ਕਰਦੇ ਆ ਵੀ ਆਪਾਂ ਨੂੰ ਲਰਨਿੰਗ ਆਊਟਕਮ ਬਾਰੇ ਪਤਾ ਕਿ ਨਹੀਂ ਪਤਾ। ਇਹ ਕਿੰਨਾ ਹੈ 2, B ਕਿੰਨਾ ਹੈ C ਕਿੰਨਾ ਹੈ। ਸਿੰਪਲੀ ਦੇਖੋ A B C, ਤਾਂ ਹੁਣ D ਬਰਾਬਰ ਹੈ B ਦੀ 2 ਘਟਾਓ 4 AC, B ਕਿੰਨਾ ਹੈ K ਦੀ 2 ਘਟਾਓ 4 AC, 4 ਦੁਨੀਆ 8 ਹੈ। परंतु पूछा गया जो उसके दो मूल की होण बराबर, परंतु सानू पता है जब परंतु रैंक सानू पता है कि मूल या रूट की ने बराबर हैं, इसलिए डी बराबर कितना है के दी 2 घटाओ 24 ਤੇ ਕਿੰਨਾ ਹੋਊ ਜੋ ਬਰਾਬਰ ਮੂਲ ਹੁੰਦੇ ਨੇ। ਮੈਂ ਪਹਿਲਾਂ ਹੀ ਦੱਸਿਆ ਵੀਡੀਓ ਦੇ ਸਟਾਰਟਿੰਗ ਦੇ ਵਿੱਚ 0, ਬਸ ਹੱਲ ਹੋ ਗਿਆ। k ਦੀ 2 ਬਰਾਬਰ ਹੈ 24 ਉਧਰਲੇ ਪਾਸੇ। ਹੁਣ k ਦੀ ਘਾਤ ਕਿੰਨੀ ਹੈ 2, ਮੈਨੂੰ ਕਿੰਨਾ ਚਾਹੀਦਾ k, ਕਿਉਂਕਿ k ਦਾ ਮੁੱਲ ਪੁੱਛਿਆ, ਤਾਂ k ਕਿੰਨਾ ਹੋਊ 24 ਦਾ ਵਰਗਮੂਲ। ਹੁਣ 24 ਦਾ ਵਰਗਮੂਲ ਮੈਂ ਇੱਥੇ ਇੱਕ ਵਾਰ ਲਿਖ ਦੇਣਾ, ਬਾਅਦ ਚ ਹਟਾ ਦਾਂਗੇ। 2 12 2 6 2 3 ਜੋਟੇ ਕਿੰਨੇ ਵਾਰੀ ਬਣਦਾ ਹੈ, ਬਸ ਆਈ ਬਣਦਾ। ਤਾਂ ਕਿੰਨਾ ਆ ਗਿਆ ਨੀਚੇ ਲਿਖ ਦੇਣਾ 2, ਪਿੱਛੇ ਕਿੰਨਾ ਬਚ ਗਿਆ 2 3 6। ਤਾਂ ਹੁਣ ਜਿਹੜਾ ਆਨਸਰ ਹੈ ਇਹਨੂੰ ਆਪਾਂ ਲਿਖ ਸਕਦਾ ਪਲੱਸ ਮਾਈਨਸ ਲਿਖ ਦੋ, ਨਹੀਂ ਇੰਨੇ ਲਿਖ ਦੋ ਬਹੁਤ ਆ ਬਸ ਆਨਸਰ। ਤਾਂ k ਦਾ ਮਤਲਬ ਕਿੰਨਾ ਆ ਗਿਆ 2 ਵਰਗਮੂਲ ਦੇ ਵਿੱਚ ਕਿੰਨਾ ਹੈ 6। ਹੁਣ ਇਹਦਾ ਦੇਖੀਏ ਅੱਗੇ ਸਮ ਦਾ, ਇਹਨੂੰ ਮੈਂ ਹਟਾਵਾਂ ਪਹਿਲਾਂ, ठीक है। तो प्लस माइनस लिख दो, लिखना तो दिक्कत ना आ जाए। इतने देखो इनू हल करो पहला, के एक्स स्क्वायर गुणा कर रहे हैं तो हर कुछ बराबर, घटाओ 2 के एक्स जोड़ 6, समीकरण बन गई ਤੁਹਾਡੀ 2 ਘਾਤੀ। a ਦਾ ਮੁੱਲ ਕਿੰਨਾ ਹੈ k, b ਦਾ ਮੁੱਲ ਘਟਾਓ 2 k। ਘਬਰਾਉਣਾ ਨਹੀਂ ਵੀ ਕੀ ਆ ਜਾਂ ਕਈ ਵਾਰੀ ਆ ਗਿਆ ਆਈ ਜਾਣ ਸੁਣ ਕੀ ਕਹਿੰਦੇ c ਬਰਾਬਰ 6। ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਦੇਖੋ ਆਪਾਂ ਨੇ ਜਦੋਂ ਨੰਬਰਿੰਗ ਸਟਾਰਟ ਕੀਤੀ ਸੀ ਅਭਿਆਸ 4.1 ਉੱਥੇ ਦੱਸਿਆ ਸੀ ਵੀ 2 ਘਾਤੀ ਸਮੀਕਰਨ ਦੇ ਵਿੱਚ x ਦੀ 2 ਦਾ ਗੁਣਾਂਕ 0 ਨਹੀਂ ਹੋ ਸਕਦਾ। ਤਾਂ ਇੱਥੋਂ ਤੁਸੀਂ ਇੱਕ ਪਹਿਲੀ ਲਿਖ ਕੇ ਰੱਖ ਦਿਓ k 0 ਨਹੀਂ ਹੈ, k ਦਾ ਮੁੱਲ 0 ਨਹੀਂ। ਤੁਸੀਂ ਕਹੋਗੇ ਸਰ ਪਹਿਲੇ ਹੀ ਕਿਉਂ ਲਿਖਤਾ, ਦੱਸਾਂਗੇ ਤੁਹਾਨੂੰ ਬਾਅਦ ਚੋਂ ਪਤਾ ਵੀ ਲੱਗ ਜਾਊ। ਹੁਣ ਆਪਾਂ ਇਹਦਾ ਹੱਲ ਕਰੀਏ d, b ਦੀ 2 ਘਟਾਓ 4 AC, b ਕਿੰਨਾ ਹੈ ਘਟਾਓ 2k, 4 a ਦਾ ਮੁੱਲ ਕਿੰਨਾ ਹੈ k, c ਦਾ ਮੁੱਲ 6। ਤਾਂ ਦੇਖੀਏ 2 दूनी 4k ਦੀ 2, ਕਈ ਬੱਚੇ ਕਹਿੰਦੇ ਘਟਾਓ 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 ਜੋੜ 4 6 24k। ਹੁਣ ਇੱਥੋਂ ਵਾਲੀ ਗੱਲ ਸਾਨੂੰ ਪਤਾ ਹੈ ਮੂਲ ਕੀ ਨੇ ਬਰਾबर, ਤਾਂ ਬਰਾबर 0 डायरेक्ट भी लिख सकते हो, परंतु ध्यान रखियो एक लाइन लिख दोगे तो ज्यादा बढ़िया। सानू पता है कि मूल बराबर है, इसलिए d बराबर है 4k दी 2 घटाओ 24k बराबर है 0। हुण साझा करिए चो 4k, पिछे की बच गया k घटाओ 6 बराबर 0। हुण दो चीज़ां दी गुणा 0 कदों हुंदी है, दोनों चों घट्टो घट एक की होवे 0, जां आ 0 जां पर आ 0 तो हो नहीं सकता क्योंकि पहले लिखा है k बराबर 0 संभव नहीं है, इसलिए k घटाओ 6 बराबर है 0। क्यों नहीं संभव, क्योंकि जे k का मूल्य मैंने 0 भरता था 2 घाती समीकरण नहीं रहनी, तो k का मूल्य कितना बन गया 6। की आ गया ਤੁਹਾਡਾ उत्तर आ गया। देखो बेटा थर्ड सम में मैंने ਤੁਹਾਡੇ सामने स्टेटमेंट भी लिखती, रकम लिखती, कायताकार बाग कहते संभव है। संभव का मतलब ये पूछना चाहते हैं भी तुसी पहला ਇਹਦੇ मूल चेक करने ने, रूट चेक करने, जिसकी लंबाई ਅਤੇ चढ़ाई चलो कोई भी दिता है, खेत्रफल दिता है,
ਜੇ ਕਹਿੰਦੇ ਸੰਭਵ ਹੈ ਮੇਰੇ ਪਤਾ ਕੁਝ ਵੀ ਨਹੀਂ ਹੈ। ਸਟੇਟਮੈਂਟ ਮੈਂ ਤੁਹਾਨੂੰ ਇੰਨੇ ਸਮ ਕਰਵਾਤੇ, ਘੱਟੋ ਘੱਟ 15 ਸਮ ਕਰਵਾਤੇ, ਸਟੇਟਮੈਂਟ ਕਿਵੇਂ ਹੋਣੀ? ਲੰਬਾਈ ਚੌੜਾਈ ਤੋਂ ਦੁੱਗਣੀ ਹੈ ਤਾਂ ਮੰਨ ਲਓ ਕੀ ਮੰਨਾਂਗੇ ਬੇਟਾ? ਬੇਸ ਚੌੜਾਈ ਕਿੰਨੀ ਮੰਨ ਲਈ? x। ਤਾਂ ਇਸ ਲਈ ਲੰਬਾਈ ਕੀ ਹੋ ਦੁੱਗਣੀ। ਦੁੱਗਣੀ ਮਤਲਬ ਜੇ 10 ਹੈ ਤਾਂ 20 ਹੈ, ਜੇ 20 ਹੈ ਤਾਂ 40 ਹੈ, ਤਾਂ 2x। ਪ੍ਰਸ਼ਨ ਦੀ ਸ਼ਰਤ ਕੀ ਹੈ? ਜਾਂ ਸਿੱਧਾ ਕਰੋ ਖੇਤਰਫਲ। ਖੇਤਰਫਲ ਕਿੰਨਾ? 800। ਹੁਣ ਖੇਤਰਫਲ ਕੀ ਹੁੰਦਾ ਹੈ? ਲੰਬਾਈ ਗੁਣਾ ਚੌੜਾਈ। ਲੰਬਾਈ ਗੁਣਾ ਚੌੜਾਈ ਬਰਾਬਰ ਕੀ ਹੈ? ਖੇਤਰਫਲ। ਕਿਉਂ? ਕਿਉਂਕਿ ਬਾਗ ਕੀ ਹੈ? ਆਇਤਾਕਾਰ। ਤਾਂ ਲੰਬਾਈ ਕਿੰਨੀ ਹੈ? 2x। ਚੌੜਾਈ ਕਿੰਨੀ ਹੈ? x। ਤੇ ਖੇਤਰਫਲ ਕਿੰਨਾ ਹੈ? 800। ਤਾਂ 2x ਦੀ 2 ਬਰਾਬਰ ਹੈ 800। ਦੇਖੋ ਦੋਨੋਂ ਰਕਮਾਂ 2 ਤੇ ਵੰਡੀ ਜਾਂਦੀਆਂ ਨੇ, ਵੰਡ ਦੋ ਬਸ। x ਦੀ 2 ਬਰਾਬਰ ਹੈ 400। ਹੁਣ 400 ਨੂੰ ਮੈਂ ਇਧਰਲੇ ਪਾਸੇ, ਤੁਹਾਡਾ ਸਵਾਲ ਇੱਥੇ ਹੀ ਹੱਲ ਹੋ ਜਾਂਦਾ ਜੇ ਇਹ ਵਿੱਚ ਆ ਸ਼ਬਦ ਨਾ ਪਾਉਂਦੇ। ਕਿਹੜਾ ਸ਼ਬਦ? ਸੰਭਵ, ਪੋਸੀਬਲ। ਉਹ ਤਾਂ ਇਹ ਚੈੱਕ ਕਰਨਾ ਚਾਹੁੰਦੇ ਆ ਵੀ ਤੁਹਾਨੂੰ ਉਹ ਡੀ ਵਾਲਾ ਮੈਥਡ ਵੀ ਵੱਡਾ ਛੋਟਾ ਹੈ ਨਾ, ਜ਼ੀਰੋ, ਉਹ ਪੁੱਛਣਾ ਹੈ। ਇਹਨੂੰ ਇਧਰਲੇ ਪਾਸੇ ਲਿਓ। ਹੁਣ a ਕਿੰਨਾ? 1। b ਕਿੰਨਾ? b ਕੀ ਸੀ? x ਦਾ ਗੁਣਾਕ। x ਹੈ ਹੀ ਨਹੀਂ ਤਾਂ b ਕਿੰਨਾ ਹੋ ਗਿਆ? 0। c ਕਿੰਨਾ? ਘਟਾਓ 4। ਕੱਢ ਲਓ d ਕੀ ਹੁੰਦਾ? b ਦੀ 2 ਘਟਾਓ 4ac। b ਕਿੰਨਾ ਹੈ? 0 ਘਟਾਓ 4 a 1। c ਕਿੰਨਾ? ਘਟਾਓ 400। ਘਟਾਓ ਜੋੜ ਚੌਕਮ ਚੌਕੀ। ਤਾਂ d ਦਾ ਮੁੱਲ ਕਿੰਨਾ ਆ ਗਿਆ? 1600। 1600 ਕੀ ਹੈ? 0 ਤੋਂ ਵੱਡਾ। ਇਸ ਲਈ ਜਿਹੜੇ ਮੂਲ ਨੇ ਉਹ ਕੀ ਨੇ? ਸੰਭਵ ਨੇ। ਮੂਲ ਕੀ ਨੇ? ਸੰਭਵ ਨੇ। ਤਾਂ ਆਪਾਂ ਅੱਗੇ ਕੀ ਦੇਖਣਾ ਹੈ? ਹੁਣ ਉਹਨਾਂ ਨੇ ਕਿਹਾ ਵੀ ਜੇਕਰ ਸੰਭਵ ਹੈ ਤਾਂ ਪਤਾ ਵੀ ਕਰੋ। ਜੇਕਰ ਸੰਭਵ ਨੇ ਤਾਂ ਪਤਾ ਕਰਨੇ ਨੇ। ਪਤਾ ਕਰਨ ਨੂੰ ਕੀ ਔਖਾ ਹੈ? x ਬਰਾਬਰ ਹੈ, ਇਹਦੇ ਥੱਲੇ ਲਿਖਣਾ x ਬਰਾਬਰ ਹੈ ਘਟਾਓ b ਜੋੜ ਘਟਾਓ d ਬਟੇ 2a। b ਕਿੱਥੇ? b ਲੱਭੋ ਵੀ b ਲੱਭਾ ਨਾ ਤਾਂ ਜੋ b ਤਾਂ 0 ਹੈ। ਮੂਰੇ ਘਟਾਓ ਲਿਖੋ ਨਾ ਲਿਖੋ ਕੋਈ ਫਰਕ ਨਹੀਂ। 1600 ਇਹ ਕਿੰਨਾ ਹੈ? 1। ਤਾਂ 1600 ਦਾ ਵਰਗਮੂਲ ਬੇਟਾ 40। ਇਹਨੇ ਕੰਟਰੂਟ ਵਾਲੀ ਆਪਾਂ ਤੁਹਾਨੂੰ ਇੱਕ ਵੀਡੀਓ ਵੀ ਪਾਵਾਂਗੇ। ਕਿਸੇ ਵੀ ਪੂਰਨ ਸੰਖਿਆ ਜਿਹੜੀ ਪੂਰਨ ਵਰਗ ਹੋਵੇ ਉਹਦਾ ਵਰਗਮੂਲ ਤੁਸੀਂ ਐ ਮੰਨੋ 2-4 ਸਕਿੰਟਾਂ ਦੀ ਕੱਢ ਲਓਗੇ। ਵੀਡੀਓ ਜ਼ਰੂਰ ਦੇਖ ਲਿਓ। ਨਾਲ ਹੀ ਲਾ ਲਓ ਫਿਰ ਉਲਝਾਂਗੇ। ਕਿੰਨਾ ਆ ਗਿਆ? 20। ਹੁਣ ਤੁਸੀਂ ਕਹੋਗੇ ਸਰ ਘਟਾਓ। ਹੁਣ ਬੇਟਾ ਚੌੜਾਈ ਜਿਹੜੀ ਲੰਬਾਈ ਹੈ ਇਹਨੇ ਘਟਾਓ ਚ ਤਾਂ ਸੰਭਵ ਹੀ ਨਹੀਂ ਹੈਗੀ, ਤਾਂ ਕਿੰਨਾ ਲਿਖ ਦੋ? ਸਿੱਧਾ 20। ਘਟਾਓ 20 ਹੋ ਨਹੀਂ ਸਕਦਾ। ਤਾਂ ਇਸ ਲਈ ਚੌੜਾਈ ਜਿਹੜੀ ਮੈਂ ਮੰਨੀ ਸੀ x ਕਿੰਨੀ ਬਣ ਗਈ? 20। ਤਾਂ ਲੰਬਾਈ ਕੀ ਸੀ? ਉਦੋਂ ਦੁੱਗਣੀ। ਤਾਂ ਲੰਬਾਈ ਕੀ ਸੀ ਬੇਟਾ? ਇਧਰ ਨੂੰ ਦੁੱਗਣੀ। ਤਾਂ ਦੁੱਗਣੀ ਮਤਲਬ 2 ਗੁਣਾ 20 ਬਸ। ਇਹ ਤੁਹਾਡਾ ਕੀ ਆ ਗਿਆ? ਲੰਬਾਈ 40 ਚੌੜਾਈ 20 ਗੁਣਾ ਕਰਕੇ ਦੇਖੋ 2 ਚੌਕ 8 800। ਇਹਨੂੰ ਲਿਖ ਦੋ ਉੱਤਰ ਜਾ ਆਨਸਰ। ਇੱਕ ਸਮ ਹੋਰ ਹੈ, ਲਾਸਟ ਹੀ ਸਮ ਹੈ। ਇੰਪੋਰਟੈਂਟ ਜਿਹੜੇ ਸਮ ਨੇ ਪਹਿਲੇ 2 ਆਪਾਂ ਕਰ ਲਏ ਸੀ। ਇਹ ਜਸਟ ਇਹਦੇ ਵਾਸਤੇ ਨੇ ਵੀ ਬਾਈ ਚਾਂਸ ਜੇ ਪੁੱਛ ਲਿਆ ਤਾਂ ਆਪਾਂ ਕਰ ਸਕਦੇ। ਇੰਨੇ ਇੰਪੋਰਟੈਂਟ ਨਹੀਂ ਹੈਗੇ ਕਿਉਂਕਿ ਕੁਝ ਕੱਢਣ ਨੂੰ ਤਾਂ ਕਹਿ ਨਹੀਂ ਰਹੇ। ਕੀ ਹੇਠਾਂ ਦਿੱਤੀ ਸਥਿਤੀ ਸੰਭਵ ਹੈ? ਆ ਸਥਿਤੀ ਵੀ ਜੇਕਰ ਹਾਂ ਤਾਂ ਪਤਾ। 2 ਮਿੱਤਰ ਨੇ, ਉਹਨਾਂ ਦੀ ਉਮਰ ਕਿੰਨੀ ਹੈ? 20 ਸਾਲ। ਇੱਕ 12 ਇੱਕ 8, ਇੱਕ 10 ਦੂਜਾ ਵੀ 10, ਇੱਕ 5 ਦਾ ਦੂਜਾ 15। ਕੋਈ ਇਦਾਂ ਦੀ ਸਥਿਤੀ ਹੈ। 4 ਸਾਲ ਪਹਿਲਾਂ ਜੇ ਦੋਨਾਂ ਦੀ ਉਮਰ 4-4 ਸਾਲ ਕੀ ਕਰ ਦਈਏ? ਘਟਾ ਦਈਏ। ਫਿਰ ਉਹਨਾਂ ਦੀ ਉਮਰ ਦਾ ਗੁਣਨਫਲ ਕਿੰਨਾ ਹੋ ਜਾਂਦਾ ਹੈ? 48 ਹੋ ਜਾਂਦਾ। ਚਲੋ ਕੋਈ ਨਹੀਂ, ਮੰਨ ਲਓ ਮਿੱਤਰਾਂ ਦੀ ਉਮਰ, ਉਹਨਾਂ ਨੇ ਮਿੱਤਰ ਸ਼ਬਦ ਵਰਤਿਆ ਤਾਂ ਨਹੀਂ ਮੈਂ ਮਿੱਤਰਾਂ ਦੀ ਕਿੰਨੀ ਮੰਨੀ ਹੈ? ਇੱਕ ਦੀ ਮੈਂ x ਮੰਨੀ,
ਦੂਜੇ ਦੀ ਮੈਨੂੰ ਤੁਸੀਂ ਦੱਸ ਦਿਓ। ਸੋਚ ਲਓ 1 ਸਕਿੰਟ ਲਈ, ਵੀਡੀਓ ਦੇ ਵਿੱਚ ਵੀ ਤੁਸੀਂ ਸੋਚਣਾ ਹੈ। ਜੇ ਇੱਕ ਦੀ x ਹੈ, ਇੱਕ ਦੀ 5 ਹੈ, ਤਾਂ ਦੂਜੇ ਦੀ ਕਿੰਨੀ ਹੈ? 15। ਫਟਾਫਟ ਬੱਚੇ ਬੋਲਦੇ ਨੇ, ਕਲਾਸ 'ਚ ਕਰਾਈਦਾ 5 15 10 10। ਜੇ 18 ਗਈ ਤਾਂ ਦੂਜੇ ਦੀ ਕਿੰਨੀ ਹੈ? 2। ਕਿਵੇਂ ਪਤਾ ਲੱਗਦਾ ਹੈ? b ਚੋਂ ਘਟਾ ਕੇ। ਮੈਂ ਕਾਫੀ ਵਾਰੀ ਵੀਡੀਓ ਦੇ ਵਿੱਚ ਦੱਸਿਆ ਇਹ ਪਹਿਲਾਂ। ਹੁਣ ਪ੍ਰਸ਼ਨ ਦੀ ਸ਼ਰਤ ਅਨੁਸਾਰ, ਸ਼ਰਤ ਕੀ ਹੈ? ਲਿਖਣਾ ਲਿਖ ਦੋ, ਨਹੀਂ ਕੋਈ ਦਿੱਕਤ। 4 ਸਾਲ ਪਹਿਲਾਂ ਤਾਂ ਦੋਨਾਂ ਦੀ ਉਮਰ ਬੇਟਾ 4 ਸਾਲ ਘਟਣੀ ਹੈ, ਧਿਆਨ ਰੱਖਿਓ। ਤਾਂ ਪਹਿਲੇ ਮਿੱਤਰ ਦੀ ਉਮਰ ਕਿੰਨੀ ਆ ਗਈ? 4 ਘਟ ਗਈ। ਜੇ 16 ਸੀ ਤਾਂ 12 ਰਹਿ ਗਈ, ਜੇ 12 ਸੀ ਤਾਂ 8 ਰਹਿ ਗਈ। 16 ਘਟਾਓ 4, 12 ਘਟਾਓ 4। ਮੈਨੂੰ ਕਿਹੜਾ 16 12 ਦਿੱਤਾ ਪੁੱਤ, x ਦਿੱਤਾ। ਤਾਂ ਦੂਜੇ ਦੀ ਕਿੰਨੀ ਰਹਿ ਗਈ? ਇਹ ਚੋਂ ਵੀ 4 ਘਟ ਗਈ। ਬੀਹਾਂ ਚੋਂ 4 ਸਿੱਧੇ ਹੀ ਘਟਾਓ, ਕਿੰਨੇ ਰਹਿ ਗਏ? 16। ਘਟਾਓ x ਬਰਾਬਰ ਕਿੰਨਾ ਹੈ? 48। ਤੁਹਾਡਾ ਮੈंने ਇੱਕ ਸਟੈਪ ਮੈंने ਵਿੱਚ ਹੀ ਕਵਰ ਕਰਾਤਾ। ਨਹੀਂ ਇੱਥੇ ਲਿਖ ਦੇ b ਘਟਾਓ x ਘਟਾਓ 4। ਹੁਣ ਬੀਹਾਂ ਚੋਂ 4 ਮੈਨੂੰ ਲੱਗਦਾ ਵੀ ਤੁਹਾਨੂੰ ਤਾਂ ਆਰਾਮ ਨਾਲ ਹੀ, ਤੁਸੀਂ ਤਾਂ ਹੁਸ਼ਿਆਰ ਬੱਚੇ ਹੋ, ਮਿੰਟੋ ਮਿੰਟੀ ਘਟਾ ਲੈਂਦੇ ਹੋ। ਗੁਣਾ ਕਰੀਏ, ਇਹਦੀ ਗੁਣਾ ਇਹਦੇ ਨਾਲ 16x, ਫਿਰ ਇਹਦੀ ਗੁਣਾ ਇਹਦੇ ਨਾਲ। ਸਿਖਾਇਆ ਵੀ ਨਾ, ਇਹਨੂੰ ਲੈ ਕੇ ਜਾਣਾ ਇਹਦੇ ਕੋਲੇ, ਫਿਰ ਇਹਦੇ ਕੋਲੇ, ਕੰਮ ਖਤਮ। ਇਹਨੇ ਇਹਦੇ ਕੋਲੇ, ਫਿਰ ਇਹ ਇਹਦੇ ਕੋਲੇ। ਹੁਣ ਅੰਕਾਂ ਨੂੰ ਇੱਕ ਪਾਸੇ, ਇਧਰਲੇ ਪਾਸੇ ਲਿਓ ਸਾਰਾ। ਚਲੋ ਆ ਵੱਡਾ ਕਿਹਨੂੰ ਮੂਰੇ, ਵੱਡੇ ਬੰਦੇ ਨੂੰ ਆਪਾਂ ਤਵੱਜੋ ਦਿੰਦੇ ਹਾਂ। 16 ਦੇ 4 x ਕਿੰਨੀਆਂ ਹੋ ਗਈਆਂ? 20। ਘਟਾਓ 64 ਘਟਾਓ 48। ਘਟਾਓ x ਦੀ 2 ਜੋੜ 20x ਘਟਾਓ 112। ਦੋਨੋਂ ਘਟਾਓ ਦੇ ਸੀ ਨਾ, ਫਿਰ ਘਟਾਓ ਲੱਗ ਗਿਆ। 60 ਤੇ 40 100, 4 ਤੇ 8 12। ਹੁਣ ਇਹ ਕਿੰਨਾ ਹੈ? ਕਿਉਂਕਿ ਉਹਨਾਂ ਨੇ ਸੰਭਵ ਆਖਿਆ ਨਾ, ਸੰਭਵ ਤਾਂ ਫਿਰ d ਤੋਂ ਪਤਾ ਲੱਗੂਗਾ। ਇਹ ਕਿੰਨਾ? ਘਟਾਓ 1। b ਕਿੰਨਾ? ਮੈਂ ਜਾਣ ਕੇ ਨਹੀਂ ਇਹਨੂੰ ਜੋੜ ਚ ਬਣਾ ਸਕਦਾ ਸੀ, ਪਰ ਜਿਵੇਂ ਹੈਗਾ ਨਹੀਂ। b c ਕਿੰਨਾ? ਘਟਾਓ 112। ਹੁਣ ਮੈਂ ਕੀ ਕਰ ਰਿਹਾ? d ਫਾਰਮੂਲਾ ਉਹੀ, b ਦੀ 2 ਘਟਾਓ 4ac। b ਕਿੰਨਾ? b ਦੀ 2 ਘਟਾਓ 4, a ਘਟਾਓ 1, b ਘਟਾਓ 112। ਹੁਣ b ਦਾ ਵਰਗ 2 दूनी 4 ਨਾਲ 2 ਲੱਗ ਗਿਆ 0। ਘਟਾਓ 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 3 ਵਾਰੀ ਘਟਾਓ ਤਾਂ ਘਟਾਓ ਲੱਗੂ ਜੀ। 112 ਚੌਕਾ 100 ਚੌਕਾ 412 ਚੌਕੇ 48। ਤਾਂ d ਦਾ ਮੁੱਲ ਬੇਟਾ ਕਿੰਨਾ ਆ ਗਿਆ? ਘਟਾਓ 48। ਹੁਣ d ਦਾ ਮੁੱਲ ਜਦੋਂ ਤੁਹਾਨੂੰ ਪਤਾ ਵੀ ਘਟਾਓ ਚ ਆ ਜੇ, ਕਹਿੰਦਾ ਵਾ 0 ਤੋਂ ਕੀ ਹੋ ਜੇ? ਛੋਟਾ ਹੋ ਜੇ। d ਕੀ ਹੋ ਗਿਆ? ਨੈਗੇਟਿਵ ਹੋ ਗਿਆ, ਘਟਾਓ ਚ ਹੋ ਗਿਆ। ਤਾਂ ਇਹ ਚੀਜ਼ ਜਿਹੜੀ ਹੈਗੀ ਆ ਉਹ ਕੀ ਬਣ ਗਈ? ਅਸੰਭਵ। ਇਸ ਲਈ स्थिति संभव नहीं है, सीधे लिख दो। इसलिए स्थिति संभव नहीं है। ਹੁਣ जो स्थिति संभव ही नहीं था तो फिर उम्र पता करने की लोड़ नहीं। उम्मीद है ਤੁਹਾਨੂੰ ਸਾਰਿਆਂ ਨੂੰ 4th ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋ। ਅਗਲੇ ਚੈਪਟਰ ਦੇਖਣ ਲਈ ਜੁੜੇ ਰਹੋ। ਧੰਨਵਾਦ। ਅਤੇ ਚੈਨਲ ਵੀ ਆਪਣਾ ਸਬਸਕ੍ਰਾਈਬ ਕਰ ਲਿਓ। ਨਾਮ ਪਤਾ ਹੈ ਵੈਦਿਕ ਮੈਥ ਐਂਡ ਟ੍ਰਿਕਸ ਵਿਦ ਪੁਨੀਤ।